पुकार टीवी के दर्शकों, सिख धर्म के अंदर सिमरन ਅਤੇ सेवा का संकल्प है। सेवा का जो चाव है वो चाव किस सीमा तक चलिया जाता है, इसका कोई अंत नहीं, कोई पारावार नहीं। सो ऐसी सेवा कमाउण वाले भाई कन्हैया जी, जो गुरु गोबिंद सिंह जी महाराज के अनन सेवक होए हैं ਅਤੇ जिन्हां ने अपना जीवन सेवा नूं समर्पित किया है, सारे संसार के अंदर उन्हां दी सेवा नूं याद किया जाता है। आउण वाले दिनां विच 20 सितंबर नूं अचेचे तौर पर उन्हां नूं हर साल याद किया जाता है। तो उस दे संबंध दे विच आज़ाद किसान संघर्ष कमेटी दुआबा उन्हां वल्लों संयुक्त किसान मोर्चा नूं एक पत्र लिखिया गया है। सो असी इस गल नूं समझना चाहांगे कि क्यों पत्र लिखिया गया है। साडे नाल मौजूद ने आज़ाद किसान संघर्ष कमेटी दुआबा के प्रमुख आगू सरदार ओंकार सिंह जी धामी, ਅਤੇ ਨਾਲ ही साडे बैठे ने प्रोफैसर बहादुर सिंह जी, जो कि भाई कन्हैया मिशन के मुखी ने। असी उन्हां कोलों इस सारी गल नूं समझदे हां। सरदार ओंकार सिंह धामी जी, वाहिगुरू जी का खालसा, वाहिगुरू जी की फतेह। तुसीं दसो कि जिहड़ा संयुक्त किसान मोर्चे नूं कोई पत्र लिखिआ तुसीं ते भाई कन्हैया जी की सेवा नूं सन्मुख रखदिआं होइआं की उहदा संकल्प है, की उहदा उद्देश है? ਸਿੰਘ ਸਾਹਿਬ, ਬੇਨਤੀ ਇਹ ਹੈ, ਪਹਿਲਾਂ ਸਭ ਤੋਂ ਦੇਸ਼ ਦੇ ਉਹਨਾਂ ਮਹਾਨ ਲੋਕਾਂ ਨੂੰ ਮੇਰਾ ਪ੍ਰਣਾਮ, ਜਿਹੜੀਆਂ ਆਪਣੀਆਂ ਅੱਖਾਂ ਦੇ ਵਿੱਚੋਂ ਅਥਰੂ ਕਿਤੇ ਕਿਸੇ ਦੇ ਹਿੱਤ ਲਈ, ਕਿਸੇ ਦੁੱਖ ਲਈ, ਕਿਸੇ ਦੇ ਅਥਰੂ ਸਾਫ਼ ਕਰਨ ਵਾਸਤੇ, ਕਿਸੇ ਜ਼ਖਮਾਂ ਨੂੰ ਸਾਫ਼ ਕਰਨ ਵਾਸਤੇ, ਉਹਨਾਂ ਨੂੰ ਪ੍ਰਣਾਮ ਹੈ। ਅਤੇ ਪ੍ਰਣਾਮ ਹੈ ਉਹਨਾਂ ਯੋਧਿਆਂ ਨੂੰ ਵੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਹ ਸੰਕਲਪ ਆਪਣੇ ਮਨ 'ਚ ਵਸਾ ਕੇ ਰੱਖਿਆ ਕਿ ਮੈਂ ਨਾ ਕੋ ਬੈਰੀ ਨਾਹੇ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਦੀ ਤਰਜ਼ ਦੇ ਉੱਪਰ ਗੁਰਬਾਣੀ ਦੇ ਇਸ ਫਿਕਰੇ ਸ਼ਬਦ ਦੇ ਮੁਤਾਬਕ, ਲਾਈਨਾਂ ਦੇ ਮੁਤਾਬਕ ਲੋਕਾਂ ਦੀ ਸੇਵਾ ਕਰਨੀ। ਬਹੁਤ ਲੰਮੇ ਸਮੇਂ ਤੋਂ ਬਹੁਤ ਸਾਰੇ ਸੰਗਠਨ ਜਿਹੜੇ ਆ ਇਸ ਪਾਸੇ ਨੂੰ ਸੇਵਾ ਦੇ ਕੰਮ ਕਰਦੇ ਆ ਰਹੇ ਆ। ਉਹਨਾਂ ਵਿੱਚੋਂ ਇੱਕ ਭਾਈ ਕਨ੍ਹਈਆ ਸੇਵਾ ਮਿਸ਼ਨ ਵੀ ਹੈ, ਜਿਨ੍ਹਾਂ ਦੇ ਸਰਪ੍ਰਸਤ ਸਾਡੇ ਭਾਈ ਸਾਹਿਬ ਭਾਈ ਬਹਾਦਰ ਸਨੇਹ ਜੀ ਨੇ। ਇਹਨਾਂ ਨਾਲ ਮੇਰਾ ਬੜਾ ਪਿਆਰ ਆ ਅਤੇ ਅਸੀਂ ਆਮ ਤੌਰ 'ਤੇ ਸੋਸ਼ਲ ਸੰਸਥਾਵਾਂ 'ਚ ਆਪਸ ਵਿੱਚ ਵਿਚਰਦੇ ਰਹਿੰਦੇ ਹਾਂ, ਮੀਟਿੰਗਾਂ ਸਾਡੀਆਂ ਹੁੰਦੀਆਂ ਰਹਿੰਦੀਆਂ। ਇਹਨਾਂ ਦਾ ਇਹ ਮਿਸ਼ਨ ਦੇਖ ਕੇ ਮੇਰੇ ਮਨ 'ਚ ਵੀ ਆਇਆ ਵੀ ਕਿਉਂ ਨਾ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਆਪਾਂ ਜਿਹੜਾ ਐਡਾ ਵੱਡਾ ਮਿਸ਼ਨ ਸਾਡੇ ਸਿੱਖ ਧਰਮ ਵਿੱਚ ਹੈ ਭਾਈ ਕਨ੍ਹਈਆ ਜੀ ਦਾ, ਕਿ ਆਪਾਂ ਬੈਰੀਆਂ ਨੂੰ ਵੀ ਪਿਆਰ ਨਾਲ ਗਲੇ ਲਾਉਣਾ ਹੈ, ਉਹਨਾਂ ਨੂੰ ਵੀ ਪਾਣੀ ਪਿਲਾਉਣਾ, ਉਹਨਾਂ ਦੇ ਵੀ ਮੰਨ ਬਣਾਉਣੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਮੁਤਾਬਕ ਹਰੇਕ ਨੂੰ ਆਪਣਾ ਮਿੱਤਰ ਸਮਝ ਕੇ ਉਹਨਾਂ ਦੀ ਸੇਵਾ ਕਰਨੀ। ਇਹ ਨਹੀਂ ਦੇਖਣਾ ਕਿ ਦੁਸ਼ਮਣ ਕੌਣ ਹੈ, ਜੋ ਵੀ ਆਇਆ ਉਹਨੂੰ ਗੁਰੂ ਦਾ ਰੂਪ ਜਾਣ ਕੇ ਉਹਦੀ ਮਦਦ ਕਰਨੀ ਹੈ। ਭਾਈ ਸਾਹਿਬ ਇਸ ਦਿਨ ਮੇਰੇ ਨਾਲ ਵਿਚਾਰ ਕੀਤੀ ਸੀ ਇਹਨਾਂ ਨੇ। ਇਹ ਫਿਰ ਸਾਡੇ ਲਾਚੋਵਾਲ ਟੋਲ ਪਲਾਜ਼ੇ 'ਤੇ ਗਏ। ਇਹਨਾਂ ਨੇ ਸਾਨੂੰ ਕਿਹਾ ਵੀ 20 ਸਤੰਬਰ ਨੂੰ ਆਪਾਂ ਇਹ ਮਨਾਉਣਾ ਹੈ, ਅਤੇ ਲੈਟਰ ਦਿੱਤਾ ਮੈਨੂੰ ਉਹਨਾਂ ਨੇ। ਅਸੀਂ ਇਹਨਾਂ ਦੇ ਲੈਟਰ ਨੂੰ ਬਗੈਰ ਪੜ੍ਹਿਆ ਐਕਸੈਪਟ ਕੀਤਾ ਕਿ ਮਨੁੱਖਤਾ ਦਾ ਐਡਾ ਵੱਡਾ ਬਾਦਸ਼ਾਹ, ਸੇਵਾ ਦਾ ਪੁੰਜ ਭਾਈ ਕਨ੍ਹਈਆ ਜੀ, ਇਹਦੇ ਲੈਟਰ ਨੂੰ ਪੜ੍ਹਨ ਦੀ ਲੋੜ ਨਹੀਂ, ਸਾਨੂੰ ਬਣਾਉਣਾ ਚਾਹੀਦਾ। ਸਾਨੂੰ ਲੋਕਾਂ 'ਚ ਪ੍ਰਚਾਰ ਕਰਨਾ ਚਾਹੀਦਾ, ਲੋਕਾਂ 'ਚ ਜਾਣਾ ਚਾਹੀਦਾ। ਅਤੇ ਨਾਲ ਹੀ ਮੇਰੇ ਮਨ 'ਚ ਇਹ ਵੀ ਆਇਆ ਕਿ ਭਾਈ ਕਨ੍ਹਈਆ ਜੀ ਵੀ ਸਾਡੇ ਸਿੱਖ ਰੂਪ 'ਚ ਨਹੀਂ ਹੋ, ਲੇਕਿਨ ਸਿੱਖ ਕੌਮ ਦੇ ਵਿੱਚ ਤਾਂ ਸਾਡੀਆਂ ਨੀਤਾਂ 'ਚ ਅਜੇ ਵੀ ਉਹ ਬਕਾਇਦਾ ਤੌਰ 'ਤੇ ਵਿਚਰ ਰਹੇ ਨੇ। ਜਦੋਂ ਤੋਂ ਸਾਡਾ ਇਹ ਸੰਘਰਸ਼ ਚੱਲਿਆ ਕਿਸਾਨਾਂ ਦਾ, ਉਰੋਂ ਤੋਂ ਲੱਗ ਕੇ ਸਾਡੇ ਦਿੱਲੀ ਬਾਰਡਰਾਂ 'ਤੇ, ਸਾਡੇ ਪਲਾਜ਼ਿਆਂ ਉੱਪਰ, ਸਾਡੇ ਹੋਰ ਸਟੋਰਾਂ ਉੱਪਰ ਸਾਡੇ 'ਤੇ ਕਿੰਨੇ ਸਰਕਾਰੀ ਜ਼ੁਲਮ ਹੋਏ। ਵਿਸ਼ੇਸ਼ ਤੌਰ 'ਤੇ ਦਿੱਲੀ ਦੇ ਵਿੱਚ ਸਾਡੇ ਕਿੰਨੇ ਬੱਚਿਆਂ ਦੀਆਂ ਲੱਤਾਂ ਤੋੜਤੀਆਂ, ਸਿਰ ਪਾੜ ਦਿੱਤੇ, ਅੱਖਾਂ ਨਿਕਲ ਗਈਆਂ, ਉਹਨਾਂ 'ਤੇ ਦੇਸ਼ ਧਰੋਹ ਦੇ ਪਰਚੇ ਦਰਜ ਹੋਏ। ਪਰ ਇੰਨਾ ਕੁਝ ਸਹਿਣ ਦੇ ਬਾਵਜੂਦ ਵੀ ਸਾਡੇ ਸਿੱਖਇਜ਼ਮ ਨੇ, ਸਾਡੇ ਸਿੱਖਾਂ ਦੇ ਕਿਸਾਨਾਂ ਨੇ ਸਾਰਿਆਂ ਨੇ ਇੱਕ ਤਹਈਆ ਕੀਤਾ ਵੀ ਬੇਸ਼ੱਕ ਇਹਨਾਂ ਨੇ ਸਾਨੂੰ ਲੱਠ ਮਾਰੇ ਹੈ ਪੁਲਿਸ ਫੋਰਸ ਨੇ, ਔਰ ਬੀਜੇਪੀ ਦੀ ਸਰਕਾਰ ਦੇ ਕਹਿਣ 'ਤੇ ਮਾਰੇ ਹੈ, ਲੇਕਿਨ ਅਸੀਂ ਗੁਰੂ ਸਾਹਿਬ ਦੇ ਬੱਚੇ ਹਾਂ। ਉਹਨਾਂ ਦੇ ਫਲਸਫੇ ਨੂੰ ਆਪਣੀ ਅੱਖਾਂ ਤੋਂ ਦੂਰ ਨਹੀਂ ਕਰਨਾ। ਅਸੀਂ ਆਪਣੇ ਲੰਗਰਾਂ ਵਿੱਚ ਸੱਦ ਕੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਸਾਨੂੰ ਕੁੱਟਣਾ ਤਾਂ ਹੈਗਾ ਹੀ, ਲੱਠ ਤਾਂ ਮਾਰਨੀ ਆ, ਆਓ ਭੁੱਖੇ ਨਾ ਰਹੋ, ਲੰਗਰ ਛਕੋ। ਉਹਨੂੰ ਬਕਾਇਦਾ ਤੌਰ 'ਤੇ ਆਪਣੇ ਦੋਸਤਾਂ ਨੂੰ ਬੱਚਿਆਂ ਵਾਂਗੂ, ਭਰਾਵਾਂ ਵਾਂਗੂ ਬਿਠਾ ਕੇ ਲੰਗਰ ਛਕੇ। ਹੁਣ ਸਭ ਤੋਂ ਵੱਡੀ ਤਾਜ਼ਾ ਤਰੀਨ ਜਿਹੜੀ ਉਦਾਹਰਨ ਕਰਨਾਲ 'ਚ ਸਾਡੇ ਤਸ਼ੱਦਦ ਜਿਹੜਾ ਹੋਇਆ, ਇੱਕ ਸਾਡਾ ਕਿਸਾਨ ਸ਼ਹੀਦ ਹੋ ਗਿਆ, ਦੂਏ ਦੇ ਢਿੱਡ 'ਤੇ ਸੱਟਾਂ ਮਾਰੀਆਂ, ਨੱਕ ਦੀ ਹੱਡੀ ਤੋੜਦੀ, ਅੱਖਾਂ ਦੀ ਰੌਸ਼ਨੀ ਚਲੀ ਗਈ। ਜਦੋਂ ਲੰਗਰ ਉੱਥੇ ਪਹੁੰਚਿਆ ਅਤੇ ਇਹ ਕਰਨਾਲ ਦੀ ਪੁਲਿਸ ਜਿਹੜੀ ਝਪਟ ਕੇ ਗੱਡੀ ਨੂੰ ਜਾ ਪਈ, ਸਾਨੂੰ ਭੁੱਖ ਲੱਗੀ ਹੈ।
ਉਸ ਵੇਲੇ ਵੀ ਕੂਕ ਕੇ ਸਾਡੇ ਨੌਜਵਾਨਾਂ ਨੇ ਇਹ ਕਿਹਾ ਉਹਨਾਂ ਨੂੰ ਵੀ ਉਰੇ ਆ ਜਾਓ ਪੁਲਿਸ ਵਾਲਿਓ, ਕੋਈ ਗੱਲ ਨਹੀਂ, ਤੁਹਾਨੂੰ ਡਾਂਗਾ ਨਾਲ ਕੁੱਟਿਆ ਤਾਂ ਹੈ, ਲੱਠ ਵੀ ਤੁਸੀਂ ਫਿਰ ਵੀ ਸਾਡੇ ਮਾਰਨੇ ਆ, ਪਰ ਆਓ ਤੁਹਾਨੂੰ ਲੰਗਰ ਅਸੀਂ ਛਕਾਉਂਦੇ ਹਾਂ। ਉਸੇ ਪੰਗਤ 'ਚ ਬਹਿ ਕੇ ਲੰਗਰ ਛਕਾਇਆ। ਜਿਸ ਜਿਹੜੀ ਪੁਲਿਸ ਫੋਰਸ ਨੇ ਸਾਡੇ ਨੌਜਵਾਨਾਂ ਨੂੰ ਕੁੱਟਿਆ ਸੀ, ਸਾਡੇ ਬਜ਼ੁਰਗਾਂ ਨੂੰ ਮਾਰਿਆ ਸੀ, ਉਹਨਾਂ ਨੂੰ ਛਕਾਇਆ। ਅਤੇ ਸਭ ਤੋਂ ਵੱਡੀ ਉਦਾਹਰਨ ਸਿੰਘ ਸਾਹਿਬ ਇਹ ਹੈ ਕਿ ਜਿੰਨੇ ਦਿੱਲੀ ਦੇ ਬਾਰਡਰਾਂ ਉੱਪਰ ਲੰਗਰ ਲੱਗੇ ਹੈ, ਸਾਡੇ ਸੰਤ ਮਹਾਂਪੁਰਖ ਕਾਰ ਸੇਵਾ ਵਾਲੇ ਲੰਗਰ ਲਾਏ ਹੈ, ਉੱਥੇ ਕੋਈ ਭੇਦਭਾਵ ਹੈ ਜੀ? ਦਿੱਲੀ ਦੀ ਅੱਧੀ ਤੋਂ ਜ਼ਿਆਦਾ ਆਬਾਦੀ, ਜੇ ਮੈਂ ਕਹਿੰਦਾ, ਮੈਂ ਦੇਖ ਕੇ ਆਇਆ, ਦਿੱਲੀ ਗਿਆ ਮੈਂ, ਦਿੱਲੀ ਦੀ ਅੱਧੀ ਤੋਂ ਜ਼ਿਆਦਾ ਲੇਬਰ ਵਾਲੇ ਜਿਹੜੇ ਹੈ ਉੱਥੇ ਲੰਗਰ ਛਕਦੇ। ਉੱਥੇ ਕੋਈ ਰੱਸੀ ਨਹੀਂ ਲੱਗੀ ਵੀ ਤੁਸੀਂ ਦਿੱਲੀ ਵਾਲੇ ਹੈ ਅਤੇ ਤੁਸੀਂ ਕਿਸੇ ਹੋਰ ਵਾਲੇ ਆ। ਬਾਜਾਂ ਮਾਰ ਕੇ ਭਿੰਨ ਭੇਦ ਤੋਂ ਬਗੈਰ ਉੱਥੇ ਲੰਗਰ ਛਕਾਏ ਜਾਂਦੇ ਆ। ਇਹ ਭਾਈ ਘਨੱਈਏ ਦੇ ਫਲਸਫੇ ਨੂੰ ਪਾਲਦੇ ਹਾਂ ਅਸੀਂ। ਜਿਸ ਮਰਜ਼ੀ ਲੰਗਰ 'ਚ ਚਲੇ ਜਾਓ, ਕੋਈ ਨਹੀਂ ਕਹਿੰਦਾ ਤੂੰ ਕਿੱਥੋਂ ਆਇਆ, ਤੂੰ ਮੁਸਲਮਾਨ ਹੈ, ਤੂੰ ਹੋਰ ਕੌਣ, ਕੋਈ ਹਿੰਦੂ ਕੌਣ ਆ। ਸਭ ਨੂੰ ਪਿਆਰ ਦੇ ਨਾਲ ਲੰਗਰ ਛਕਾਇਆ ਜਾਂਦਾ, ਉਹਦੇ ਹੱਥ ਵੀ ਧੋਏ ਜਾਂਦੇ ਆ। ਨਾਲ ਹੀ ਖਾਲਸਾ ਏਡ ਵਾਲੇ ਜਿੱਦਾਂ ਵੱਡੇ ਉੱਥੇ ਕੈਂਪ ਲਾਏ, ਉਹਨਾਂ ਨੂੰ ਕੇਸੀਆਂ ਦਿੱਤੀਆਂ, ਰਜਾਈਆਂ ਦਿੱਤੀਆਂ, ਕੰਬਲ ਦਿੱਤੇ, ਜੁੱਤੀਆਂ ਦਿੱਤੀਆਂ, ਜਰਾਬਾਂ ਦਿੱਤੀਆਂ, ਬਨੈਣਾਂ ਦਿੱਤੀਆਂ। ਇਹ ਨਹੀਂ ਪੁੱਛਿਆ ਵੀ ਤੁਸੀਂ ਸਾਡੇ ਨਾਲ ਵਿਰੋਧ ਕਰਦੇ ਹੋ ਜਾਂ ਸਾਡੇ ਨਾਲ ਹੋ ਜਾਂ ਸਾਡਾ ਨਾਲ ਚੱਲਣ ਤਿਆਰ ਨਹੀਂ ਹੈ ਕਿ ਨਹੀਂ ਹੋ। ਉਹਨਾਂ ਸਾਰਿਆਂ ਨੂੰ ਬਰਾਬਰ ਰੁਤਬਾ ਜਿਹੜਾ ਭਾਈ ਘਨੱਈਆ ਜੀ ਨੇ ਸਾਨੂੰ ਦਿੱਤਾ ਸੀ। ਉਸ ਮਿਸ਼ਨ ਨੂੰ ਲੈ ਕੇ ਅਸੀਂ ਆਪਣੀ ਬਕਾਇਦਾ ਤੌਰ 'ਤੇ ਜਦੋਂ ਸਨੇਹ ਸਾਹਿਬ ਗਏ, ਉਸੇ ਵੇਲੇ ਆਪਣੇ ਲੀਡਰਾਂ ਦੀ ਮੀਟਿੰਗ ਕੀਤੀ ਪਲਾਜੇ ਉੱਪਰ, ਕਿਹਾ ਵੀ ਅਸੀਂ ਇਹ ਕੰਮ ਕਰਨਾ ਹੈ। ਉਸੇ ਵੇਲੇ ਹਾਂ ਪੱਖੀ ਰਵੱਈਆ ਦੇ ਇਹ ਅਸੀਂ ਕੱਲ੍ਹ ਸਵੇਰੇ ਗੱਡੀ ਦੇ ਵਿੱਚ ਫਾਈਲ ਦੇ ਕੇ ਅਸੀਂ ਉਹ ਦਿੱਲੀ ਪਹੁੰਚਾ ਦਿੱਤਾ ਔਰ ਉਹਨਾਂ ਨੂੰ ਹੁਕਮ ਕੀਤਾ, ਹੈ ਸਭ ਤੋਂ ਵੱਡੇ ਉਹ ਲੀਡਰ ਨੇ ਸਾਡੇ ਉਹ, ਲੇਕਿਨ ਹੁਕਮਨਾਮਾ ਜਾਰੀ ਕੀਤਾ ਤੋਂ ਕਿ ਤੁਸੀਂ ਭਾਈ ਇਹ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਪਰ ਅੱਜ ਦੇਣਾ ਹੈ ਅਤੇ 20 ਸਤੰਬਰ ਨੂੰ ਇਹ ਬਕਾਇਦਾ ਤੌਰ 'ਤੇ ਭਾਈ ਘਨੱਈਆ ਜੀ ਦਾ ਦਿਵਸ ਜਿਹੜਾ ਉੱਥੇ ਸਟੇਜ 'ਤੇ ਮਨਾਇਆ ਜਾਵੇ ਅਤੇ ਉਸ ਫਲਸਫੇ ਨੂੰ ਦੁਨੀਆ ਤੱਕ ਪਹੁੰਚਾਇਆ ਜਾਵੇ। ਇਹੀ ਕੰਮ ਅਸੀਂ ਆਪਣੇ ਲਾਚੋਵਾਲ ਟੋਲ ਪਲਾਜ਼ੇ ਦੇ ਵਗੈਰਾ ਮਨਾਵਾਂਗੇ, ਅਸੀਂ ਸੰਗਤ ਛੱਡਾਂਗੇ ਅਤੇ ਇਸ ਪ੍ਰਚਾਰ ਨੂੰ ਅਸੀਂ ਅੱਗੇ ਵਧਾਵਾਂਗੇ। ਅਤੇ ਜਿੰਨਾ ਇਹ ਵੱਧ ਸਕੇ, ਮੈਂ ਸਮਝਦਾ ਵੀ ਸਾਡੀ ਇਸ ਭਲਾਈ ਵਰਗਾ ਕੰਮ ਸੰਸਾਰ ਕਿਤੇ ਹੋ ਰਿਹਾ ਨਹੀਂ। ਅਸੀਂ ਜ਼ੁਲਮ ਸਹਿ ਕੇ ਵੀ ਮਨੁੱਖਤਾ ਦੀ ਸੇਵਾ ਤਤਪਰ ਰਹਿੰਦੇ ਹਾਂ, ਜ਼ੁਲਮ ਸਹਿ ਕੇ ਵੀ ਆਪਣੀ ਲੱਤਾਂ ਤੜਾ ਕੇ ਵੀ, ਆਪਣੀ ਬੇਇੱਜ਼ਤੀ ਕਰਵਾ ਕੇ ਵੀ ਮਨੁੱਖਤਾ ਨੂੰ ਕਹਿੰਦੇ ਆਓ ਭਲਿਆ ਮਾਨਸਾ ਤੋਂ ਸਾਡਾ ਹੈ। ਅਸੀਂ ਬੇਗਾਨਗੀ ਦੀ ਭਾਵਨਾ ਕਦੀ ਪੈਦਾ ਨਹੀਂ ਹੋਣ ਦਿੱਤੀ ਅਤੇ ਇਸ ਬੇਗਾਨਗੀ ਦੀ ਭਾਵਨਾ ਦੂਰ ਕਰਦੇ ਹੋਏ ਸਾਰੇ ਸੰਸਾਰ ਨੂੰ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਦਾ ਕਿ ਇੱਦਾਂ ਦਾ ਮਹਾਨ ਸੇਵਾ ਦਾ ਪੁੰਜ ਭਾਈ ਘਨੱਈਆ ਜੀ ਸੰਸਾਰ 'ਤੇ ਕੋਈ ਪੈਦਾ ਨਹੀਂ ਹੋਇਆ, ਜਿਹਨੇ ਨਿਰਪੱਖਤਾ ਦੇ ਨਾਲ ਸਾਰੀ ਸੇਵਾ ਕੀਤੀ ਔਰ ਇੱਥੇ ਤੱਕ ਵੀ ਆਪਣੇ ਸਿੱਖਾਂ ਦਾ ਵਿਰੋਧ ਵੀ ਪਹਿਲਾਂ ਸਹਿ ਲਿਆ। ਮੈਂ ਤਾਂ ਪਲਾਉਣਾ ਹੈ ਗੁਰੂ ਦੇ ਹੁਕਮ ਦਾ, ਫਿਰ ਮੱਲਬ ਲੈ ਕੇ ਸਾਰਿਆਂ ਦੀ ਪੱਟੀ ਵੀ ਕੀਤੀ, ਦੁਸ਼ਮਣਾਂ ਬਜਾਪਾ ਬਣਾਇਆ। ਸਾਡਾ ਇਹ ਫਲਸਫਾ ਸਿੱਖੀ ਦਾ ਆ। ਇਸ ਫਲਸਫੇ ਨੂੰ ਅੱਗੇ ਵਧਾਉਣ ਲਈ ਭਾਈ ਘਨੱਈਆ ਜੀ ਦੀ ਇਹ ਸੇਵਾ ਸਾਡੇ ਨਾਲ ਰਹੇ, ਇਸ ਕਰਕੇ ਅਸੀਂ ਇਹ ਦਿਨ ਮਨਾਉਣਾ। ਅਤੇ ਸੰਯੁਕਤ ਕਿਸਾਨ ਮੋਰਚੇ ਦਿੱਲੀ ਵੱਲੋਂ ਜੀ ਮੈਨੂੰ ਪਹਿਲਾਂ ਜਾਣਾ ਪਿਆ ਉੱਥੇ ਬਾਈ ਦੀ ਵੀ ਇਸ ਗੱਲ ਲਈ ਵੀ ਇੱਕ ਹੋਰ ਮਜ਼ਬੂਤੀ ਨਾਲ ਕਰੇ, ਅਸੀਂ ਜਾ ਕੇ ਬਕਾਇਦਾ ਤੌਰ 'ਤੇ ਸਟੇਜ ਦੇ ਉੱਪਰੋਂ ਇਹਦੀ ਅਨਾਊਂਸਮੈਂਟ ਕਰਾਂਗੇ, ਦੁਨੀਆ ਵਾਲਿਓ ਦੇਖੋ ਸਾਡਾ ਫਲਸਫਾ, ਦੇਖੋ ਸਾਡਾ ਪਿਆਰ, ਦੇਖੋ ਸਾਡੇ ਪੁਰਖਿਆਂ ਦੀ ਸੇਵਾ, ਦੇਖੋ ਕਿੱਦਾਂ ਮੁਹੱਬਤ ਕਰਦੇ ਸੀ। ਉਸ ਮੁਹੱਬਤ ਕਰਨ ਵਾਲਿਆਂ ਨਾਲ ਅੱਜ ਜਿਹੜੀਆਂ ਸਰਕਾਰਾਂ ਜ਼ੁਲਮ ਕਰਦੀਆਂ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਉਹ ਸਾਡਾ ਫਲਸਫਾ 'ਤੇ ਪੜ੍ਹ ਲਓ, ਦੇਖ ਤਾਂ ਲਓ ਅਸੀਂ ਕਿੱਦਾਂ ਦੀ ਕੌਮ ਤੁਹਾਨੂੰ ਪਿਆਰ ਕਰਨ ਵਾਲੀ ਹੈ। ਜੇ ਅਸੀਂ ਮਰ ਗਏ ਅਤੇ ਤੁਹਾਡੇ ਹਿੰਦੁਸਤਾਨ 'ਚ ਕੋਈ ਦੂਜਾ ਹੈ ਨਹੀਂ ਜਿਹੜਾ ਤੁਹਾਨੂੰ ਰੋਟੀ ਦਿਖਾ ਸਕੇ ਪਿਆਰ ਦੇ ਨਾਲ, ਤੁਹਾਨੂੰ ਬਾਜਾਂ ਮਾਰੋ ਪ੍ਰਸ਼ਾਸਨ, ਕੋਈ ਦੂਜਾ ਨਹੀਂ ਹੋ। ਸਿਰਫ ਅਤੇ ਸਿਰਫ ਭਾਈ ਘਨੱਈਆ ਜੀ ਦੇ ਪੁੱਤ ਜਿਹੜੇ ਨੇ, ਵਾਰਸ ਜਿਹੜੇ ਨੇ, ਇਹੀ ਇਹ ਕੰਮ ਕਰ ਸਕਦੇ ਨੇ। ਤੁਹਾਡੇ ਵੱਸ ਦਾ ਰੋਗ ਨਹੀਂ, ਕਾਨੂੰਨ ਵੀ ਰੱਦ ਕਰਾਉਣੇ ਹੈ, ਤੁਹਾਨੂੰ ਪਿਆਰ ਵੀ ਕਰਨਾ ਹੈ, ਤੁਹਾਤੋਂ ਕੁੱਟ ਵੀ ਖਾ ਲੈਣੀ ਹੈ ਅਤੇ ਆਪਣਾ ਏਕਾ ਮਜ਼ਬੂਤ ਦ੍ਰਿੜਤਾ ਵੀ ਰੱਖਣੀ ਹੈ ਅਤੇ ਇਸ ਸੇਵਾ ਨੂੰ ਬਕਾਇਦਾ ਤੌਰ 'ਤੇ ਅਸੀਂ ਜਾਰੀ ਰੱਖਣਾ ਹੈ। ਇਸ ਕਰਕੇ ਇਹ ਪੱਤਰ ਜਿਹੜਾ ਹੈ ਉਹ ਅਸੀਂ ਭੇਜਿਆ ਅਤੇ ਪੂਰੇ ਜਿੱਥੇ ਸਾਡੇ ਸੰਗਠਨ ਨੇ ਉਹਨਾਂ ਸਾਰਿਆਂ ਨੂੰ ਕਹਾਂਗੇ ਵੀ ਇਹ ਦਿਨ ਆਪਾਂ ਮਨਾਉਣਾ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਪੱਤਰ ਭੇਜ ਦਿੱਤਾ ਗਿਆ। ਪੂਰੀ ਉਮੀਦ ਹੈ, ਆਸ ਹੈ ਕਿ ਉਹ ਬੜੇ ਇਸ ਨੂੰ ਗੌਰ ਦੇ ਨਾਲ ਵਾਚਣਗੇ, ਇਸ 'ਤੇ ਅਮਲ ਕਰਨਗੇ। ਸਰਦਾਰ ਓਂਕਾਰ ਸਿੰਘ ਜੀ ਧਾਮੀ ਸੇਵਾ ਦੀ ਗੱਲ ਕਰ ਰਹੇ ਸਨ। ਸੇਵਾ ਦਾ ਜੋ ਚਾਅ ਹੈ, ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਸਭ ਤੋਂ ਪਹਿਲਾਂ ਤਾਂ ਆਪ ਕਦੀ ਵੀ ਜੰਗ ਕਰਨ ਵਾਸਤੇ ਅੱਗੇ ਨਹੀਂ ਵਧੇ। ਉਹਨਾਂ ਦੇ ਗਲ ਲੜਾਈ ਪਈ ਅਤੇ ਉਹਨਾਂ ਨੇ ਉਸ ਲੜਾਈ ਨੂੰ ਬਾਖੂਬੀ ਲੜਿਆ ਔਰ ਵੱਡਾ ਨਿਯਮ ਸੀ ਕਿ ਕਦੀ ਵੀ ਨਿਹੱਥੇ ਦੇ ਉੱਤੇ ਵਾਰ ਨਹੀਂ ਕਰਨਾ, ਬੱਚੇ 'ਤੇ, ਬਜ਼ੁਰਗ 'ਤੇ, ਔਰਤ 'ਤੇ ਵਾਰ ਨਹੀਂ ਕਰਨਾ, ਪਿੱਠ ਦੇ ਪਿੱਛੇ ਕਦੀ ਵਾਰ ਨਹੀਂ ਕਰਨਾ। ਇੱਥੋਂ ਤੱਕ ਕਿ ਸਰਦਾਰ ਆਹਲੂਵਾਲੀਆ ਜੀ
ਜਦੋਂ ਉਹਨਾਂ ਦੇ ਹੱਥ ਕੋਈ ਔਰਤ ਆ ਜਾਂਦੀ ਹੈ, ਉਹਨੂੰ ਆਪਣੀ ਧੀ ਸਮਝ ਕੇ ਆਪ ਬਾ ਇੱਜ਼ਤ ਉਹਦੇ ਘਰ ਤੱਕ ਪਹੁੰਚਾਉਂਦੇ ਨੇ। ਅਤੇ ਲੰਗਰ ਦੀ ਸੇਵਾ ਐਸੀ ਸੇਵਾ ਕਿ ਜਦੋਂ ਸਾਕਾ ਕੋਈ ਵੀ ਵਾਪਰਦਾ ਹੈ ਅਤੇ ਉਹਦੇ ਵਿੱਚ ਲੰਗਰ ਜਿਹੜਾ ਹੈ ਉਹ ਬਿਨਾਂ ਕਿਸੇ ਵਿਤਕਰੇ ਦੇ ਵਰਤਾਇਆ ਜਾਂਦਾ ਹੈ। ਅਤੇ ਪੰਜਾ ਸਾਹਿਬ ਦਾ ਸਾਕਾ ਹੈ, ਭੁੱਖੇ ਬੱਚੇ, ਬੁੱਢੇ, ਔਰਤਾਂ, ਸਿੰਘ ਸਿੰਘਣੀਆਂ ਉਹ ਟ੍ਰੇਨ ਦੇ ਵਿੱਚ, ਰੇਲ ਦੇ ਵਿੱਚ ਲੰਘ ਰਹੇ ਨੇ ਅਤੇ ਅੰਗਰੇਜ਼ ਕਹਿੰਦਾ ਹੈ ਕਿ ਅਸੀਂ ਟ੍ਰੇਨ ਲੰਘਾਉਣੀ ਹੈ ਅਤੇ ਰੋਕਣੀ ਨਹੀਂ, ਲੰਗਰ ਛਕਣ ਨਹੀਂ ਦੇਣਾ। ਅਤੇ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਉਸ ਰੇਲ ਗੱਡੀ ਦੇ ਅੰਗੇ ਲੇਟ ਜਾਂਦੇ ਨੇ, ਲੰਮੇ ਪੈ ਜਾਂਦੇ ਨੇ ਅਤੇ ਚੀਥੜਾ ਹੋ ਜਾਂਦੇ ਨੇ। ਅਤੇ ਸੰਗਤਾਂ ਜਿਹੜੀਆਂ ਭੁੱਖਣ ਭਾਣੀਆਂ ਲੰਘਣ ਵਾਲੀਆਂ ਸਨ, ਉਹਨਾਂ ਨੂੰ ਲੰਗਰ ਛਕਾ ਕੇ ਤੋਰਿਆ ਜਾਂਦਾ ਹੈ। ਇਹ ਹੈ ਸੇਵਾ ਦੀ ਪਰੰਪਰਾ, ਇਹ ਹੈ ਸੇਵਾ ਦੀ ਲਗਨ। ਸੋ ਪ੍ਰੋਫੈਸਰ ਬਹਾਦਰ ਸਿੰਘ ਜੀ, ਤੁਸੀਂ ਭਾਈ ਕਨ੍ਹਈਆ ਜੀ ਦੇ ਮਿਸ਼ਨ ਨਾਲ ਜੁੜੇ ਹੋਏ ਹੋ, ਅਤੇ ਇਹ ਜੋ ਪੱਤਰ ਵੀ ਭੇਜਿਆ ਗਿਆ ਇਹਦੇ ਵਿੱਚ ਤੁਹਾਡੀ ਵੀ ਇੱਕ ਪ੍ਰੇਰਣਾ ਹੈ, ਅਤੇ ਇਹਦਾ ਕੀ ਮੁੱਖ ਉਦੇਸ਼ ਹੈ ਜੀ ਪੱਤਰ ਦਾ? ਸਭ ਤੋਂ ਪਹਿਲਾਂ ਜੀ ਪੁਕਾਰ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਜਿਹੜਾ ਮਾਨਯੋਗ ਧਾਮੀ ਸਾਹਿਬ ਨੇ ਤੁਹਾਨੂੰ ਦੱਸਿਆ ਹੈਗਾ, ਕਿਉਂਕਿ ਮੈਂ ਸਭ ਤੋਂ ਪਹਿਲਾਂ ਤਾਂ ਪ੍ਰਣਾਮ ਕਰਨਾ ਚਾਹੁੰਦਾ ਸਾਰੇ ਹੀ ਜਿਹੜੇ ਕਿਸਾਨ ਮਜ਼ਦੂਰ ਇੱਕ ਸੰਘਰਸ਼ ਕਰ ਰਹੇ ਨੇ ਔਰ ਨਿਹੱਥੇ ਸੰਘਰਸ਼ ਕਰ ਰਹੇ ਨੇ, ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਨੇ। ਸਾਰਿਆਂ ਨੂੰ ਹੀ ਪ੍ਰਣਾਮ। ਬਹੁਤ ਸਾਰੇ ਸ਼ਹੀਦ ਹੋ ਗਏ, ਉਹਨਾਂ ਨੂੰ ਵੀ ਲੱਖ ਲੱਖ ਪ੍ਰਣਾਮ। ਜਦੋਂ ਪੰਜਾਬ ਤੋਂ ਜਦੋਂ ਦਿੱਲੀ ਵੱਲ ਨੂੰ ਕੂਚ ਕੀਤਾ, ਆਪਣੇ ਪੰਜਾਬ ਤੋਂ, ਤਾਂ ਹਰਿਆਣੇ ਦੇ ਵਿੱਚ ਜਦੋਂ ਐਂਟਰ ਹੋਏ ਤਾਂ ਸਭ ਤੋਂ ਪਹਿਲਾਂ ਮੇਰਾ ਖਿਆਲ ਲਾਠੀ ਚਾਰਜ ਉੱਥੇ ਹੋਇਆ ਔਰ ਅਥਰੂ ਗੈਸ ਛੱਡੇ ਗਏ, ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਔਰ ਮੈਂ ਕਹਿੰਦਾ ਕਿ ਹਰ ਮਾਨਵਤਾਵਾਦੀ ਸੋਚ ਰੱਖਣ ਵਾਲੇ ਇਨਸਾਨ ਦਾ ਜ਼ਰੂਰ ਦਿਲ ਰੋਇਆ ਉਸ ਦਿਨ, ਵੀ ਦੇਖੋ ਇੱਕ ਬੰਦਾ ਜਾ ਰਿਹਾ ਅਤੇ ਉਹਨਾਂ ਦੇ ਉੱਤੇ, ਨਿਹੱਥਿਆਂ ਦੇ ਉੱਪਰ ਜਿਹੜਾ ਹੈ ਉਹ ਵਾਰ ਹੋਏ ਔਰ ਕਈਆਂ ਨੂੰ ਜ਼ਖਮੀ ਵੀ ਹੋਏ। ਔਰ ਉਹ ਦੇਖ ਕੇ ਮਨ ਦੇ ਵਿੱਚ ਇਹ ਆ ਰਿਹਾ ਸੀਗਾ ਕਿ ਕਿਸ ਤਰ੍ਹਾਂ ਦਾ ਇੱਕ ਗਵਰਨਮੈਂਟ ਵੱਲੋਂ, ਸਾਡੀ ਆਪਣੀ ਹੀ ਚੁਣੀ ਹੋਈ ਸਰਕਾਰ ਵੱਲੋਂ ਕਿਉਂ ਹੋ ਰਿਹਾ। ਔਰ ਸਭ ਤੋਂ ਵੱਡੀ ਗੱਲ ਹੋਈ ਕਿ 2 ਦਿਨ ਬਾਅਦ ਇੱਕ ਹੋਰ ਪ੍ਰੈਸ ਦੇ ਵਿੱਚ ਜਾਰੀ ਹੋਇਆ ਕਿ ਸਾਡੇ ਹੀ ਜਿਨ੍ਹਾਂ ਲੋਕਾਂ ਨੂੰ ਫੱਟੜ ਕੀਤਾ ਗਿਆ ਸੀਗਾ, ਜਿਨ੍ਹਾਂ ਲੋਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਸੀਗੀਆਂ, ਉਹ ਦੇਖੇ ਗਏ ਸਾਡੇ ਮਾਨਯੋਗ ਜਿਹੜੇ ਸੁਰੱਖਿਆ ਕਰਮਚਾਰੀ ਸੀ, ਉਹਨਾਂ ਨੂੰ ਹੀ ਜਲ ਛਕਾ ਰਹੇ ਸੀਗੇ, ਉਹਨਾਂ ਨੂੰ ਹੀ ਲੰਗਰ ਛਕਾ ਰਹੇ ਸੀ ਜੀ, ਔਰ ਉਹਨਾਂ ਨੂੰ ਹੀ ਚਾਹ ਪਾਣੀ ਦੀ ਲੰਗਰ ਦੀ ਸੇਵਾ ਕਰ ਰਹੇ ਸੀ। ਉਸ ਵੇਲੇ ਦੇਖ ਕੇ ਸਾਨੂੰ ਇਹ ਲੱਗਿਆ, ਉਹ ਯਾਦ ਆ ਗਿਆ ਭਾਈ ਕਨ੍ਹਈਆ ਜੀ ਦਾ ਤੇ ਸੇਵਾ ਦਾ, ਕਿ ਮੈਦਾਨੇ ਜੰਗ ਦੇ ਵਿੱਚ ਜਦੋਂ ਭਾਈ ਕਨ੍ਹਈਆ ਜੀ ਜਲ ਸੇਵਾ ਕਰਿਆ ਕਰਦੇ ਸਨ, ਕਿਉਂਕਿ ਜਦੋਂ ਕੋਈ ਤੜਫਦਾ ਨਾ, ਇਨਸਾਨ ਨੇ ਤੜਫਣਾ ਤਾਂ ਇੱਕੋ ਤਰ੍ਹਾਂ ਦਾ ਹੀ ਹੁੰਦਾ, ਉਹਨੇ ਚੀਕਾਂ ਵੀ ਇੱਕੋ ਤਰ੍ਹਾਂ ਦੀਆਂ ਮਾਰਨੀਆਂ, ਦਰਦ ਵੀ ਇੱਕੋ ਹੀ ਹੁੰਦਾ ਹੈਗਾ। ਅਤੇ ਭਾਈ ਕਨ੍ਹਈਆ ਜੀ ਨੇ ਜਦੋਂ ਸਾਰਿਆਂ ਨੂੰ ਦੇਖਿਆ ਅਤੇ ਉਹਨਾਂ ਦਾ ਦਿਲ ਦੇ ਵਿੱਚੋਂ ਜੋ ਉਹਨਾਂ ਦੇ ਇਨਸਾਨੀਅਤ ਜਿਹੜੀ ਜਾਗੀ, ਜਦੋਂ ਉਹਨਾਂ ਨੇ ਦੇਖਿਆ ਕਿ ਤੜਫ ਰਹੇ ਨੇ ਲੋਕ, ਅਤੇ ਉਹਨਾਂ ਨੇ ਸਾਰਿਆਂ ਨੂੰ ਹੀ ਪਾਣੀ ਪਿਲਾਇਆ। ਔਰ ਇੱਥੋਂ ਤੱਕ ਕਿ ਜਿਹੜੇ ਕਈ ਮੁਸਲਮਾਨ ਸੀਗੇ, ਜਿਹੜੇ ਉਸ ਵੇਲੇ ਮੁਗਲ ਸੀਗੇ, ਜਿਨ੍ਹਾਂ ਨੇ ਕਈ ਸਿੰਘਾਂ ਨੂੰ ਵੀ ਕਤਲ ਕੀਤਾ, ਉਹ ਵੀ ਡਿੱਗੇ ਪਏ ਸੀ, ਉਹਨਾਂ ਨੂੰ ਵੀ ਉਹਨਾਂ ਨੇ ਪਾਣੀ ਪਿਲਾਇਆ। ਅਤੇ ਜਦੋਂ ਇਹਦੀ ਸ਼ਿਕਾਇਤ ਗੁਰੂ ਮਹਾਰਾਜ ਕੋਲੇ ਹੋਈ ਅਤੇ ਉਹ ਦੀਵਾਨ ਸਜਾਇਆ ਗਿਆ ਅਤੇ ਉਹਦੇ ਵਿੱਚ ਪੁੱਛਿਆ ਕਿ ਭਾਈ ਕਨ੍ਹਈਆ ਤੁਹਾਡੀ ਸ਼ਿਕਾਇਤ ਆਈ ਹੈ। ਉਸ ਵੇਲੇ ਭਾਈ ਕਨ੍ਹਈਆ ਜੀ ਨੇ ਕਿਹਾ ਕਿ ਮਹਾਰਾਜ, ਮੈਨੂੰ ਤਾਂ ਹਰ ਜ਼ਖਮੀ 'ਚੋਂ ਤੁਹਾਡਾ ਹੀ ਰੂਪ ਨਜ਼ਰ ਆਇਆ, ਹਰ ਤੜਫ ਦੇ ਵਿੱਚੋਂ ਤੁਹਾਡਾ ਹੀ ਰੂਪ ਨਜ਼ਰ ਆਇਆ, ਮੈਨੂੰ ਹੋਰ ਕੁਛ ਨਜ਼ਰ ਨਹੀਂ ਆਇਆ। ਮੈਂ ਤਾਂ ਤੁਹਾਨੂੰ ਪਾਣੀ ਪਿਲਾਇਆ, ਕਿਉਂਕਿ ਤੁਸੀਂ ਸਿੱਖਿਆ ਦਿੱਤੀ ਹੈ ਮੈਨੂੰ ਕਿ ਹਰ ਇਨਸਾਨ ਦੇ ਵਿੱਚ ਪਰਮਾਤਮਾ ਵੱਸਦਾ, ਹਰ ਇਨਸਾਨ ਬਰਾਬਰ ਹੈ, ਹਰ ਮਨੁੱਖ ਜਿਹੜਾ ਹੈ ਉਸ ਅਕਾਲ ਪੁਰਖ ਦਾ ਜਾਇਆ, ਏਕ ਪਿਤਾ ਏਕ ਸਕੇ ਹਮ ਬਾਰਕ। ਮੈਂ ਤਾਂ ਤੁਹਾਡੇ ਹੁਕਮਾਂ 'ਤੇ ਚੱਲਦਾ ਇਹ ਸੇਵਾ ਕੀਤੀ। ਅਤੇ ਉਸ ਵੇਲੇ ਦੇਖੋ ਬਹੁਤ ਵੱਡੀ ਘਟਨਾ ਹੋਈ ਕਿ ਗੁਰੂ ਮਹਾਰਾਜ ਆਪ ਉੱਠੇ, ਜੋ ਇਤਿਹਾਸ 'ਚ ਲਿਖਿਆ, ਉਹਨਾਂ ਨੇ ਗਲ ਬੱਕੜੀ ਪਾ ਕੇ ਅਤੇ ਉਹਨਾਂ ਨੂੰ ਪਿਆਰ ਕੀਤਾ। ਅਤੇ ਜਿਹੜੀਆਂ ਉਸ ਵੇਲੇ ਮੱਲਮ ਸੀਗੀਆਂ, ਪੱਟੀਆਂ ਸੀਗੀਆਂ, ਦਵਾਈਆਂ ਸੀਗੀਆਂ, ਉਹਨਾਂ ਦਾ ਇੱਕ ਬਾਕਸ ਵੀ ਦੇ ਦਿੱਤਾ ਕਿ ਸ਼ਾਬਾਸ਼, ਤੁਸੀਂ ਅੱਜ ਤੋਂ ਬਾਅਦ ਪਾਣੀ ਵੀ ਪਿਲਾਉਣਾ ਅਤੇ ਲੋਕਾਂ ਦੇ ਜਿਹੜੇ ਜ਼ਖਮਾਂ 'ਤੇ ਮੱਲਮ ਪੱਟੀ ਵੀ ਕਰਨੀ। ਅਤੇ ਇਹ ਸਾਰੀ ਜ਼ਿੰਦਗੀ ਮੈਂ ਦਿਖਾਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਤਸਵੀਰ ਹੈ ਭਾਈ ਕਨ੍ਹਈਆ ਜੀ ਦੀ, ਇਸ ਤੋਂ ਪਹਿਲਾਂ ਉਹ ਮੱਲਮ ਦੀ ਡੱਬੀ 'ਤੇ ਉਹ ਮੱਲਮ ਕਰ ਰਹੇ ਨੇ ਔਰ ਇੱਕ ਮੁਗਲ ਨੂੰ ਹੀ ਕਰ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਇਤਿਹਾਸ ਦੇ ਵਿੱਚ ਇੱਕ ਘਟਨਾ ਆਈ ਕਿ ਇੱਕ ਨੂਰ ਮੁਹੰਮਦ ਸ਼ਾਹ ਅਫਗਾਨੀ, ਬਹੁਤ ਵੱਡਾ ਯੋਧਾ ਹੋਇਆ, ਮੁਗਲ ਯੋਧਾ, ਉਹ ਵੀ ਜਦੋਂ ਜ਼ਖਮੀ ਹੋਇਆ ਅਤੇ ਉਹਨਾਂ ਨੇ ਸ਼ਾਮ ਨੂੰ ਦੇਖਿਆ ਮੈਦਾਨੇ ਜੰਗ ਦੇ ਵਿੱਚ ਡਿੱਗਿਆ ਪਿਆ ਸੀਗਾ।
ਉਹਨਾਂ ਨੇ ਮੋਢਿਆਂ 'ਤੇ ਚੁੱਕ ਕੇ ਆਪਣੇ ਟੈਂਟ 'ਚ ਲੈ ਗਏ ਅਤੇ ਲਿਜਾ ਕੇ ਉਹਦੀ ਸੇਵਾ ਕੀਤੀ। ਅਤੇ ਉਹ ਜਦੋਂ ਠੀਕ ਹੋ ਗਿਆ ਉਹਨੇ ਇੱਕੋ ਹੀ ਸਵਾਲ ਪੁੱਛਿਆ ਕਿ ਭਾਈ ਕਨ੍ਹਈਆ, ਮੈਂ ਤਾਂ ਇੱਕ ਤੁਹਾਡਾ ਦੁਸ਼ਮਣ ਸੀਗਾ, ਮੇਰੀ ਸੇਵਾ ਕਿਉਂ ਕੀਤੀ? ਉਹ ਇੱਕੋ ਹੀ ਭਾਈ ਕਨ੍ਹਈਆ ਜੀ ਕਹਿਣ ਲੱਗੇ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। ਮੇਰੇ ਗੁਰੂ ਦਾ ਹੁਕਮ ਹੈ ਕਿ ਹਰ ਤੜਫਦੇ ਨੂੰ ਤੁਸੀਂ ਜ਼ਿੰਦਗੀ ਦੇਣੀ ਹੈ। ਪਰ ਜਦੋਂ ਅਸੀਂ ਆਹ ਦੇਖਿਆ ਗਿਆ, ਉੱਥੇ ਇੱਕ ਮਹਿਸੂਸ ਹੋਇਆ ਕਿ ਜਦੋਂ ਦੇਖੋ ਸਰਕਾਰ ਨੂੰ ਪਤਾ ਹੈਗਾ ਕਿ ਇੱਕ ਪਾਸੇ ਜਿਹੜਾ ਹੈ ਲਾਠੀ ਚਾਰਜ ਹੋਣ ਦੀ ਸੰਭਾਵਨਾ ਆ, ਜਾਂ ਪਾਣੀ ਨਾਲ ਜਿਹੜੇ ਹੈ ਜ਼ਖਮੀ ਹੋਣ ਦੀ ਸੰਭਾਵਨਾ, ਜਾਂ ਵੈਸੇ ਵੀ ਜਦੋਂ ਇਕੱਠ ਹੋ ਜਾਂਦੇ ਕੋਈ ਬੰਦਾ ਚੱਕਰ ਖਾ ਕੇ ਡਿੱਗ ਸਕਦਾ ਹੈਗਾ। ਪਰ ਉਸ ਵੇਲੇ ਉੱਥੋਂ ਦੇ ਲੋਕਾਂ ਨੂੰ ਜਿਹੜੀ ਫਸਟ ਏਡ ਹੈ, ਜਿਹਨੂੰ ਮੁੱਢਲੀ ਡਾਕਟਰੀ ਸਹਾਇਤਾ ਕਹਿੰਦੇ ਆ, ਉਹਦੇ ਵਿੱਚ ਕੋਈ ਨਜ਼ਰ ਨਹੀਂ ਆਈ ਸਾਨੂੰ, ਜਿਹਦੇ ਨਾਲ ਕਿ ਹੋ ਸਕਦਾ ਕਈਆਂ ਦੀ ਡੈਥ ਤਾਂ ਵੀ ਹੋ ਗਈ ਹੋਵੇ, ਵੀ ਮੌਕੇ 'ਤੇ ਕੋਈ ਮਿਲੀ ਨਹੀਂ ਹੈ। ਦੇਖੋ ਸਾਡੇ ਇੱਕ ਗਵਰਨਮੈਂਟ ਦੇ ਵਿੱਚ ਇਹ ਹੈਗਾ ਕਿ ਜਦੋਂ ਵੀ ਕੋਈ VIP ਕਿਸੇ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦਾ ਜਾਂ ਜ਼ਿਲ੍ਹੇ ਜਾਂਦਾ ਤਾਂ ਅਸੀਂ ਇੱਕ ਐਂਬੂਲੈਂਸ ਨਾਲ ਭੇਜਦੇ ਹਾਂ। ਬਹੁਤ ਅੱਛੀ ਗੱਲ ਹੈ, ਤਾਂ ਕਿ ਅਸੀਂ ਆਪਣੇ ਆਗੂ ਸਾਹਿਬਾਨ ਨੂੰ ਪਹੁੰਚਾ ਸਕੀਏ। ਪਰ ਜਦੋਂ ਇੰਨੇ ਲੋਕ ਇਕੱਠੇ ਹੋ ਕੇ, ਸਾਡੇ ਆਪਣੇ ਹੀ ਦੇਸ਼ ਦੇ ਲੋਕ ਇਕੱਠੇ ਹੋ ਕੇ ਆਪਣੀ ਹੀ ਸਰਕਾਰ ਤੋਂ ਕੋਈ ਮੰਗ ਕਰ ਰਹੇ ਆ, ਤੇ ਉਸ ਵੇਲੇ ਉਹਨਾਂ ਨੂੰ ਜੇ ਜ਼ਖਮੀ ਹੋ ਜਾਂਦੇ ਤਾਂ ਕੋਈ ਇੰਤਜ਼ਾਮ ਨਜ਼ਰ ਨਹੀਂ ਆਇਆ, ਮੁੱਢਲੀ ਸਹਾਇਤਾ ਨਹੀਂ ਮਿਲੀ। ਆ ਹੁਣ ਕਰਨਾਲ ਦੇ ਵਿੱਚ ਵੀ ਦੇਖੋ ਹੁਕਮ ਹੋਇਆ ਉੱਥੋਂ ਸਾਡੇ ਮਾਨਯੋਗ, ਪਤਾ ਨਹੀਂ ਕਿਸ ਤਰ੍ਹਾਂ, ਕਿਉਂਕਿ IAS ਆਫੀਸਰ ਜਦੋਂ ਬਣਦੇ ਬਹੁਤ ਉਹਨਾਂ ਦੇ ਜਿਹੜੇ ਇੰਟੈਲੀਜੈਂਟ ਹੁੰਦੇ ਆ, ਪਤਾ ਨਹੀਂ ਕਿਸ ਤਰ੍ਹਾਂ ਇਹ ਕਿਹਾ ਗਿਆ ਕਿ ਤੁਸੀਂ ਸਿਰ ਫੋੜ ਦਿਓ। ਤੇ ਵੈਸੇ ਮਨੁੱਖੀ ਅਧਿਕਾਰ ਜਿਹੜੇ ਹੈ ਉਹ ਇਹ ਨਹੀਂ ਕਿਸੇ ਨੂੰ ਲਾਓ ਕਰਦੇ। ਸਾਡਾ ਤਾਂ ਕਿਉਂਕਿ ਸ਼ਾਂਤਮਈ ਹੈ, ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ, ਤੇ ਉਹੀ ਹੋਇਆ, ਤੇ ਇੱਕ ਸ਼ਹੀਦ ਵੀ ਹੋ ਗਿਆ। ਹੋ ਸਕਦਾ ਉਹਨੂੰ ਜੇ ਮੁੱਢਲੀ ਡਾਕਟਰੀ ਸਹਾਇਤਾ ਮੌਕੇ 'ਤੇ ਮਿਲ ਜਾਂਦੀ ਤੇ ਉਹ ਅੱਜ ਸਾਡੇ ਵਿੱਚ ਹੁੰਦਾ। ਤੋ ਉਹਨੂੰ ਸੋਚਦੇ ਹੋਏ ਅਸੀਂ ਸਾਰਿਆਂ ਨਾਲ ਸਲਾਹ ਕੀਤੀ ਕਿ ਸਾਡੇ ਆਪਣੇ ਹੀ ਸੱਭਿਆਚਾਰ ਦੇ ਵਿੱਚ ਭਾਈ ਕਨ੍ਹਈਆ ਜੀ ਨੇ ਐਡੀ ਵੱਡੀ, ਗੁਰੂ ਗੋਬਿੰਦ ਸਿੰਘ ਜੀ ਨੇ, ਮਹਾਰਾਜ ਨੇ ਐਡੀ ਵੱਡੀ ਸੇਵਾ ਦਿੱਤੀ ਹੈ ਕਿ ਜ਼ਖਮੀਆਂ ਦੀ ਸੇਵਾ ਕਰੋ, ਲੋੜਵੰਦਾਂ ਦੀ ਹੈਲਪ ਕਰੋ। ਅਤੇ ਕਿਉਂ ਨਾ ਜਿਹੜਾ ਸਾਡਾ ਯੂਥ ਹੈਗਾ ਜਾਂ ਮੋਰਚਿਆਂ 'ਤੇ ਜਿਹੜੇ ਬੈਠੇ, ਉਹ ਸਾਰਿਆਂ ਨੂੰ ਹੀ ਮੁੱਢਲੀ ਡਾਕਟਰੀ ਸਹਾਇਤਾ ਟ੍ਰੇਨਿੰਗ ਕੈਂਪ ਬਾਰੇ ਪਤਾ ਹੋਣਾ ਚਾਹੀਦਾ ਕਿ ਇੱਕ ਮੇਰਾ ਸਾਥੀ ਡਿੱਗ ਪਿਆ, ਉਹਨੂੰ ਮੈਂ ਮੌਕੇ 'ਤੇ ਹੀ ਕਿਸ ਤਰ੍ਹਾਂ ਬਚਾਉਣਾ। ਕਈ ਵਾਰੀ ਗੈਸ ਛੱਡੀ ਜਾਂਦੀ ਹੈ, ਆਮ ਤੌਰ 'ਤੇ ਦੇਖੋ ਛੋਟੀਆਂ ਜਿਹੀਆਂ ਗੱਲਾਂ ਹੁੰਦੀਆਂ, ਪਰ ਆਪਾਂ ਜ਼ਿੰਦਗੀ ਬਚਾ ਸਕਦੇ ਹਾਂ। ਗੈਸ ਦੇ ਗੋਲੇ ਹੁੰਦੇ, ਕਈ ਲੋਕ ਭੱਜਦੇ ਆ, ਪਰ ਸਿੰਪਲ ਹੁੰਦਾ ਕਿ ਤੁਸੀਂ ਕੋਈ ਗਿੱਲਾ ਕੱਪੜਾ ਆਪਣੇ ਨੱਕ 'ਤੇ ਰੱਖ ਲਓ, ਤੁਹਾਡਾ ਸਾਹ ਠੀਕ ਹੋ ਜਾਵੇ, ਅਤੇ ਬੰਦਾ ਤੁਰਦਾ ਰਹਿੰਦਾ ਹੈਗਾ। ਸੋ ਇਹ ਜਿਹੀਆਂ ਚੀਜ਼ਾਂ ਨੂੰ ਨੌਜਵਾਨਾਂ ਦੇ ਵਿੱਚ, ਮੈਂ ਤਾਂ ਕਹਿੰਦਾ ਕਿ ਹਰ ਘਰ ਦੇ ਵਿੱਚ ਹੀ ਪਤਾ ਹੋਣਾ ਚਾਹੀਦਾ ਕਿ ਇਨ ਕੇਸ ਆਫ ਐਮਰਜੈਂਸੀ ਤੁਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਦੋਸਤਾਂ ਦੀ ਜ਼ਿੰਦਗੀ ਨੂੰ, ਆਪਣੇ ਨਾਲਦਿਆਂ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਚਾਉਣਾ। ਕਿਉਂਕਿ ਕਈ ਵਾਰੀ ਅਸੀਂ ਦੇਖਦੇ ਕੋਈ ਐਕਸੀਡੈਂਟ ਰਾਹ 'ਚ ਪਿਆ ਹੁੰਦਾ, ਕੋਈ ਖੜਦਾ ਹੀ ਨਹੀਂ ਹੈਗਾ, ਪਰ ਜੇ ਉਹਨੂੰ ਇਹ ਦਿਮਾਗ 'ਚ ਆ ਜਾਵੇ, ਮੈਂ ਕਹਿੰਦਾ ਜੇ ਉਸ ਵੇਲੇ ਜ਼ਖਮੀ ਨੂੰ ਦੇਖ ਕੇ ਉਹਦੇ ਦਿਮਾਗ 'ਚ ਕਿਤੇ ਭਾਈ ਕਨ੍ਹਈਆ ਜੀ ਦਾ ਤਸਵੀਰ ਆ ਜਾਏ ਜਾਂ ਭਾਈ ਕਨ੍ਹਈਆ ਜੀ ਦਾ ਸੰਕਲਪ ਆ ਜਾਵੇ, ਉਹ ਕਦੇ ਨਹੀਂ ਤੁਰੇਗਾ ਅੱਗੇ, ਉਹ ਰੁਕ ਕੇ ਉਹਦੀ ਸੇਵਾ ਕਰੇਗਾ। ਕਿਉਂਕਿ ਜ਼ਖਮੀ ਨੂੰ ਚੱਕ ਕੇ ਉਹਦੀ ਸੇਵਾ ਕਰਨੀ, ਚਾਹੇ ਤੁਸੀਂ ਡਿੱਗੇ ਪਏ ਨਹੀਂ ਖੜਾ ਕਰ ਦਿਓ, ਉਹਦੀ ਜ਼ਿੰਦਗੀ ਬਦਲ ਸਕਦੀ ਹੈ। ਪ੍ਰੋਫੈਸਰ, ਹੁਣ ਆਪਾਂ ਕਿਸਾਨ ਮੋਰਚੇ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਜੀ ਜੋ ਬੇਨਤੀ ਕੀਤੀ ਹੈ ਜੀ ਕਿ ਉਹ ਉਸ ਦਿਨ ਭਾਈ ਕਨ੍ਹਈਆ ਜੀ ਦਾ ਸੇਵਾ ਦਿਵਸ ਮਨਾਉਣ, ਤੇ 20 ਸਤੰਬਰ ਦਾ ਭਾਈ ਕਨ੍ਹਈਆ ਜੀ ਦੇ ਨਾਲ ਕੀ ਸੰਬੰਧ ਹੈ? ਹਾਂ, ਤਾਂ ਬਹੁਤ ਅੱਛਾ ਸਵਾਲ ਕੀਤਾ ਤੁਸੀਂ। ਇਹ ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਦਿਨ ਮਨਾਇਆ ਜਾਂਦਾ ਹੈਗਾ ਉਹਨਾਂ ਦੀ ਯਾਦ ਦੇ ਵਿੱਚ, ਉਹ 20 ਸਤੰਬਰ ਹੈਗਾ। ਇਸੇ ਦਿਨ ਹੀ ਜਿਹੜੀ ਆਪਾਂ ਗੱਲ ਕੀਤੀ ਘਟਨਾ ਦੀ, ਇਹ 20 ਸਤੰਬਰ ਦਾ ਹੀ ਦਿਨ ਹੈਗਾ ਕਿ ਜਦੋਂ ਗੁਰੂ ਮਹਾਰਾਜ ਕੋਲੇ ਸ਼ਿਕਾਇਤ ਹੋਈ ਅਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਮੱਲਮ ਦੀ ਡੱਬੀ ਦਿੱਤੀ। ਅਸੀਂ ਆਮ ਤੌਰ 'ਤੇ ਸਾਡੇ ਜਿਹੜੇ ਮਾਨਯੋਗ ਸਤਿਕਾਰਯੋਗ ਸੇਵਾ ਪੰਥੀ ਸੰਪਰਦਾ, ਉਹ ਇਹਨੂੰ ਮੱਲਮ ਦੀ ਡੱਬੀ ਬਖਸ਼ਿਸ਼ ਦਿਵਸ ਤੌਰ 'ਤੇ ਵੀ ਮਨਾਉਂਦੇ ਆ ਜੀ। ਔਰ ਇਸੇ ਦਿਨ ਹੀ ਮਨਾਇਆ ਜਾਂਦਾ ਕਿ ਉਹਨਾਂ ਦੀ ਡੈਥ ਐਨਵਰਸਰੀ ਵੀ ਇਹੀ, ਬਰਸੀ ਵੀ ਇਸੇ ਦਿਨ ਹੀ ਹੁੰਦੀ 20 ਨੂੰ। ਤੋ ਇੱਕ ਦਿਨ ਫਿਰ 20 ਸਤੰਬਰ ਹੈ ਦਿਨ ਉਹਨਾਂ ਦੇ ਨਾਲ ਜੁੜ ਕੇ ਮਨਾਇਆ ਜਾਂਦਾ। ਕਿ ਅਸੀਂ ਹੁਣ ਰਿਕੁਐਸਟ ਕੀਤੀ ਆ ਵੀ ਜਿੱਥੇ ਤੁਸੀਂ ਬਲੱਡ ਡੋਨੇਸ਼ਨ ਕਰੋ, ਅੱਖਾਂ ਦਾਨ ਬਾਰੇ ਦੱਸੋ, ਔਰਗਨ ਡੋਨੇਸ਼ਨ ਬਾਰੇ ਦੱਸੋ, ਉੱਥੇ ਫਸਟ ਏਡ ਟ੍ਰੇਨਿੰਗ ਕੈਂਪ ਜ਼ਰੂਰ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕੰਪੇਨ ਚਲਾਉਣੀ ਚਾਹੀਦੀ ਹੈ। ਔਰ ਆਪਣੀ ਹੀ ਐਂਬੂਲੈਂਸ ਜ਼ਰੂਰ ਹੋਣੀ ਚਾਹੀਦੀ ਉੱਥੇ, ਭਾਵੇਂ ਆਪਣੇ ਵੱਲੋਂ ਵੀ। ਵੈਸੇ ਤਾਂ ਸਾਨੂੰ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਉੱਥੇ ਐਂਬੂਲੈਂਸ ਦਾ ਪ੍ਰਬੰਧ ਜ਼ਰੂਰ ਕੀਤਾ ਜਾਇਆ ਕਰੇ, ਤਾਂ ਕਿ ਅਸੀਂ ਮੌਕੇ 'ਤੇ ਉਹਨੂੰ ਡਾਕਟਰੀ ਸਹਾਇਤਾ ਦੇ ਕੇ, ਕਿਉਂਕਿ ਸਾਡੇ ਹੀ ਹੈ ਤਾਂ ਜੰਗ ਦੇ ਵਿੱਚ ਵੀ ਆਪਾਂ ਗੱਲ ਜਿਹੜੀ ਕਰ ਰਹੇ ਭਾਈ ਕਨ੍ਹਈਆ ਜੀ ਦੀ, ਉਹ ਤਾਂ ਦੋ ਪਾਸੇ ਤੋਂ ਦੁਸ਼ਮਣ ਲੜ ਰਹੇ ਸੀ, ਉਹਨਾਂ ਵਿੱਚ ਵੀ ਪਾਣੀ ਪਿਲਾਇਆ, ਉਹਨਾਂ ਵਿੱਚ ਵੀ ਮੱਲਮ ਪੱਟੀ ਕੀਤੀ। ਇਹ ਤਾਂ ਸਾਡੇ ਆਪਣੇ ਹੀ ਲੋਕ ਹੈਗੇ ਆ।
ਸੋ ਭਾਈ ਕਨ੍ਹੱਈਆ ਜੀ ਜਿਹੜੀ ਸੇਵਾ ਹੈਗੀ ਹੈ, ਉਹ ਜਿੱਥੇ ਸਾਨੂੰ ਕਿਸੇ ਦੀ ਜ਼ਿੰਦਗੀ ਬਚਾਉਂਦੀ ਹੈ, ਉੱਥੇ ਇੱਕ ਆਪਸੀ ਭਾਈਚਾਰਕ ਸਾਂਝ ਵੀ ਬਚਾਉਂਦੀ ਹੈ। ਕਿਉਂਕਿ ਅਸੀਂ ਖੂਨ ਦਾਨ ਕਰਦੇ, ਮੇਰਾ ਦਾਨ ਕੀਤਾ ਖੂਨ ਪਤਾ ਨਹੀਂ ਕਿਹਨੂੰ ਲੱਗਣਾ, ਇਹ ਨਹੀਂ ਪਤਾ ਹੁੰਦਾ ਕਿ ਕਿਹਨੂੰ ਮੱਲਮ ਦੀ ਪੱਟੀ ਕਰਨੀ ਹੈ। ਸੋ ਇਹ ਭਾਈਚਾਰਕ ਸਾਂਝ ਵੀ ਵਧਾਉਂਦੀ ਹੈ। ਸਰਬ ਸਾਂਝੀ ਵਾਲਤਾ ਦਾ ਜੋ ਕਨਸੈਪਟ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ, ਉਹਨੂੰ ਵੀ ਦਰਸਾਉਂਦੀ ਹੈ। ਔਰ ਏਕ ਪਿਤਾ ਏਕ ਸਿੱਕਿਆ ਬਾਰਕ, ਉਹਨੂੰ ਵੀ ਦਰਸਾਉਂਦੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਨਾ ਕੋ ਵੈਰੀ ਨਹੀਂ ਬੇਗਾਨਾ। ਇਹ ਦੁਨੀਆ 'ਚ ਕੋਈ ਨਾ ਵੈਰੀ ਬੇਗਾਨਾ ਨਹੀਂ ਹੈ, ਸਾਰੇ ਹੀ ਅਸੀਂ ਇੱਕ ਅਕਾਲ ਪੁਰਖ ਦੇ ਜਾਏ ਹੋਏ ਹਾਂ। ਜੇਕਰ ਕੋਈ ਸੰਘਰਸ਼ ਦੇ ਵਿੱਚ ਹੁੰਦਾ ਹੈਗਾ ਤੇ ਅਸੀਂ ਇਸ ਸੇਵਾ ਦੇ ਨਾਲ, ਜਿੱਥੇ ਅਸੀਂ ਦੇਖੋ ਹੁਣ ਜਦੋਂ ਅਸੀਂ ਸਾਡੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਕੀਤੀ, ਉਹਨਾਂ ਦੇ ਦਿਲ 'ਚ ਵੀ ਆਇਆ ਹੋਣਾ ਜਦੋਂ ਘਰ ਗਏ ਹੋਣੇ ਵੀ ਦੇਖੋ, ਜੋ ਮੈਂ ਤੁਹਾਨੂੰ ਨੂਰ ਮੁਹੰਮਦ ਸ਼ਾਹ ਦੀ ਗੱਲ ਦੱਸੀ ਹੈ, ਉਹਨਾਂ ਦੇ ਦਿਲ 'ਚ ਵੀ ਆਇਆ ਹੋਣਾ ਵੀ ਜਿਨ੍ਹਾਂ ਨੂੰ ਅਸੀਂ ਸੋਟੀਆਂ ਮਾਰੀਆਂ, ਅੱਜ ਉਹਨਾਂ ਦੇ ਹੱਥੋਂ ਹੀ ਅਸੀਂ ਲੰਗਰ ਛਕ ਕੇ ਆਏ। ਇਹ ਇਨਸਾਨੀਅਤ ਜਿਹੜੀ ਹੈ ਸਾਡੇ ਦੇਸ਼ ਦਾ, ਮੈਂ ਕਹਿੰਦਾ, ਕਿਉਂਕਿ ਹਿੰਦੁਸਤਾਨ ਦੇ ਵਿੱਚ, ਸਾਡੇ ਭਾਰਤ ਦੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਰਹਿੰਦੇ ਆ, ਵੱਖ-ਵੱਖ ਬੋਲੀਆਂ ਦੇ ਲੋਕ ਰਹਿੰਦੇ ਆ। ਇਹ ਭਾਈ ਕਨ੍ਹੱਈਆ ਦੀ ਸੇਵਾ ਇੱਕ ਮਾਲਾ ਦੀ ਤਰ੍ਹਾਂ ਪਰੋ ਸਕਦੀ ਸਭ ਨੂੰ, ਕਿਉਂਕਿ ਗੱਲ ਹੀ ਇਨਸਾਨੀਅਤ ਦੀ ਹੈ। ਭਾਵੇਂ ਅਸੀਂ ਵੱਖ ਹਾਂ, ਬਟ ਇਨਸਾਨੀ ਤੌਰ 'ਤੇ ਅਸੀਂ ਸਾਰੇ ਇਕੱਠੇ ਹਾਂ। ਸੋ ਅਸੀਂ ਇਹ ਦਿਨ ਜਿਹੜਾ ਮਹਾਨ ਦਿਨ ਅਸੀਂ ਚਾਹੁੰਦੇ ਕਿ ਮਨਾਇਆ ਜਾਵੇ। ਪ੍ਰੋਫੈਸਰ ਸਾਹਿਬ, ਇਹ ਜਿਹੜਾ ਭਾਈ ਕਨ੍ਹੱਈਆ ਜੀ ਨੂੰ ਸਮਰਪਿਤ ਦਿਵਸ ਮਨਾਇਆ ਜਾਂਦਾ 20 ਸਤੰਬਰ ਨੂੰ, ਜੀ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਮਨਾਉਂਦੀਆਂ ਹੋਣਗੀਆਂ, ਧਾਰਮਿਕ ਸੰਸਥਾਵਾਂ ਵੀ ਮਨਾਉਂਦੀਆਂ ਹੋਣਗੀਆਂ। ਕੀ ਸਰਕਾਰ ਵੱਲੋਂ ਵੀ ਇਸ ਦਿਵਸ ਨੂੰ ਮਨਾਇਆ ਜਾਂਦਾ ਜਾਂ ਕੋਈ ਉਪਰਾਲਾ ਕੀਤਾ ਜਾਂਦਾ? ਦੇਖੋ ਜੀ, ਬਹੁਤ ਅੱਛੀ ਗੱਲ ਹੈ। ਅਸੀਂ ਤਕਰੀਬਨ 1987 ਦੇ ਵਿੱਚ ਭਾਈ ਕਨ੍ਹੱਈਆ ਜੀ ਮਿਸ਼ਨ ਸਥਾਪਿਤ ਕੀਤਾ ਸੀਗਾ। ਉਦੋਂ ਤੋਂ ਮਹਿਸੂਸ ਕੀਤਾ ਗਿਆ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਔਰ ਲੰਬੇ ਸਮੇਂ ਤੋਂ ਸੰਘਰਸ਼ ਦੇ ਬਾਅਦ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਸਰਕਾਰਾਂ ਦਾ ਵੀ, ਕਿ ਉਹਨਾਂ ਨੇ ਇਸ ਦਿਨ ਨੂੰ ਭਾਈ ਕਨ੍ਹੱਈਆ ਸੇਵਾ ਦਿਵਸ ਦੇ ਤੌਰ 'ਤੇ ਮਨਾਉਣਾ ਸ਼ੁਰੂ ਕਰ ਦਿੱਤਾ ਜੀ। ਸਰਕਾਰੀ ਤੌਰ 'ਤੇ 20 ਤਰੀਕ ਨੂੰ ਸਰਕਾਰੀ ਤੌਰ 'ਤੇ ਬਕਾਇਦਾ ਪੰਜਾਬ ਸਰਕਾਰ ਵੱਲੋਂ ਵੀ ਮਨਾਇਆ ਜਾਂਦਾ। ਔਰ ਪੰਜਾਬ ਸਰਕਾਰ ਵੱਲੋਂ ਇੱਕ ਸਾਰੇ ਹੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾਨ ਸਾਰਿਆਂ ਨੂੰ ਪੱਤਰ ਵੀ ਜਾਰੀ ਕੀਤੇ ਆ ਕਿ ਇਸ ਦਿਨ ਨੂੰ ਇੱਕ ਇਨਸਾਨੀਅਤ ਦਾ ਦਿਨ ਦੇ ਤੌਰ 'ਤੇ, ਸੇਵਾ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਵੇ। ਹੁਣ ਵੀ ਅਸੀਂ ਮੈਂ ਚਿੱਠੀ ਤੁਹਾਨੂੰ ਦੱਸਦਾ, ਅਸੀਂ ਹਰ ਸਾਲ ਲਿਖਦੇ ਹਾਂ, ਇਸ ਸਾਲ ਵੀ ਲਿਖੀ ਹੈ। ਔਰ ਇਹਦੇ 'ਚ ਅਸੀਂ ਮੰਗ ਵੀ ਇਹੀ ਕੀਤੀ ਹੈ ਕਿ ਸਕੂਲ ਪੱਧਰ ਤੋਂ ਫਸਟ ਏਡ ਟ੍ਰੇਨਿੰਗ ਜ਼ਰੂਰ ਸ਼ੁਰੂ ਕੀਤੀ ਜਾਵੇ ਭਾਈ ਕਨ੍ਹੱਈਆ ਜੀ ਦੇ ਨਾਂ 'ਤੇ। ਭਾਈ ਕਨ੍ਹੱਈਆ ਜੀ ਫਸਟ ਏਡ ਪੋਸਟਾਂ ਤਿਆਰ ਕੀਤੀਆਂ ਜਾਣ। ਦੂਸਰਾ ਅਸੀਂ ਇਹੀ ਬੇਨਤੀ ਇਹਦੇ 'ਚ ਕੀਤੀ ਹੈਗੀ, ਇੱਕ ਹੋਰ ਵੱਡੀ ਗੱਲ ਹੈਗੀ ਕਿ ਦੇਖੋ, ਅਸੀਂ ਜੰਗੀ ਯੋਧਿਆਂ ਦੀ ਤਾਂ ਯਾਦਗਾਰਾਂ ਬਹੁਤ ਬਣਾਈਆਂ ਹੋਈਆਂ ਵੀ ਆਹ ਸੂਰਬੀਰ ਹੈਗੇ, ਇਸ ਤਰ੍ਹਾਂ ਸਾਰਾ ਕੁਝ ਅਸੀਂ ਲਿਖਦੇ ਹਾਂ, ਉਹਨਾਂ ਨੂੰ ਸਤਿਕਾਰ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ। ਪਰ ਜੰਗ ਦੇ ਵਿੱਚੋਂ ਜਿੱਥੋਂ ਸ਼ਾਂਤੀ ਦਾ ਸੰਦੇਸ਼ ਮਿਲਿਆ, ਜਿੱਥੋਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਮਿਲਿਆ, ਤੇ ਭਾਈ ਕਨ੍ਹੱਈਆ ਜੀ ਬਾਰੇ ਵੀ ਹਰੇਕ ਵਾਰ ਮਿਊਜ਼ੀਅਮ ਦੇ ਵਿੱਚ ਜ਼ਰੂਰ ਉਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਉੱਥੇ ਉਹਨੇ ਤਸਵੀਰ ਲੱਗੇ ਔਰ ਉਹਨਾਂ ਦੇ ਬਾਰੇ ਲਿਖਿਆ ਜਾਵੇ ਕਿ ਲੜਾਈ ਤਾਂ ਇਹ ਹੈ, ਪਰ ਲੜਾਈ 'ਚੋਂ ਅਸੀਂ ਪਿਆਰ ਨੂੰ ਵੀ ਲੈ ਕੇ ਜਾਣਾ ਹੈਗਾ ਬਾਹਰ। ਅਸੀਂ ਲੜਦੇ ਹੀ ਨਹੀਂ ਰਹਿਣਾ ਹੈਗਾ, ਅਸੀਂ ਉਹਨੂੰ, ਕਿਉਂਕਿ ਕਿਸੇ ਵੀ ਦੇਸ਼ ਦੀ, ਕਿਸੇ ਵੀ ਦੁਨੀਆ ਦੇ ਵਿੱਚ ਕਿਸੇ ਚੀਜ਼ ਦੀ ਜੇ ਤਰੱਕੀ ਹੋਣੀ ਤਾਂ ਉਹ ਸ਼ਾਂਤੀ ਨਾਲ ਹੋਣੀ ਹੈ, ਜੇ ਤਰੱਕੀ ਹੋਣੀ ਹੈ ਤਾਂ ਉਹ ਆਪਸੀ ਭਾਈਚਾਰਕ ਸਾਂਝ ਨਾਲ ਹੋਣੀ ਹੈ। ਨਫ਼ਰਤ ਜਿੰਨੀ ਫੈਲਦੀ ਜਦੋਂ, ਤਾਂ ਉਸ ਵੇਲੇ ਸਭ ਦਾ ਨੁਕਸਾਨ ਹੁੰਦਾ। ਤੇ ਭਾਈ ਕਨ੍ਹੱਈਆ ਜੀ ਦੀ ਮਸ਼ਕ ਜਿਹੜੀ ਹੈ ਪਾਣੀ ਜਦੋਂ ਪਿਲਾਉਂਦੀ, ਉਹ ਨਫ਼ਰਤ ਨੂੰ ਵੀ ਦੂਰ ਕਰਦੀ ਹੈ, ਆਪਸੀ ਨਫ਼ਰਤਾਂ ਨੂੰ ਵੀ ਖਤਮ ਕਰਦੀ ਹੈ। ਸੋ ਅਸੀਂ ਇਸ ਕਰਕੇ ਇਸ ਨੂੰ ਮਹੱਤਤਾ ਨੂੰ ਪਛਾਣਦਿਆਂ ਹੋਇਆ ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜ਼ਰੂਰ ਸ਼ਰਧਾ ਭੇਂਟ ਕਰਨ ਵਾਸਤੇ ਉਹ ਦਿਨ ਮਨਾਇਆ ਜਾਵੇ। ਪੁਕਾਰ ਟੀਵੀ ਦੇ ਦਰਸ਼ਕੋ, ਭਾਈ ਕਨ੍ਹੱਈਆ ਜੀ ਦੀ ਜੀਵਨੀ, ਭਾਈ ਕਨ੍ਹੱਈਆ ਜੀ ਦੀਆਂ ਸਿੱਖਿਆਵਾਂ, ਉਹਦੇ ਲਈ ਇੱਕ ਆਪਾਂ ਬੈਠਕ ਦੇ ਵਿੱਚ ਸਾਰੀ ਗੱਲ ਮੁਕਾ ਨਹੀਂ ਸਕਦੇ, ਅਸੀਂ ਵਾਰ-ਵਾਰ ਬੈਠਾਂਗੇ। ਅੱਜ ਦਾ ਜੋ ਸਾਡਾ ਮੁੱਦਾ ਉਹ ਹੈ ਕਿ ਜੋ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਲਾਚੋਵਾਲ ਦੇ ਟੋਲ ਪਲਾਜ਼ਾ 'ਤੇ ਸੰਘਰਸ਼ ਕਰ ਰਹੀ ਹੈ, ਉਹਨਾਂ ਵੱਲੋਂ, ਅਤੇ ਪ੍ਰੋਫੈਸਰ ਬਹਾਦਰ ਸਿੰਘ ਜੀ ਜੋ ਕਿ ਸਟੇਟ ਅਵਾਰਡੀ ਨੇ, ਉਹ ਉੱਘੇ ਇੱਕ ਸਮਾਜ ਸੇਵੀ ਨੇ, ਖੂਨਦਾਨੀ ਨੇ, ਉਹਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕਰਨੀ, ਬੇਨਤੀ ਕਰਨੀ ਆਪਣੇ ਆਪ ਵਿੱਚ ਇੱਕ ਮਹੱਤਤਾ ਰੱਖਦੀ ਹੈ ਕਿ ਭਾਵੇਂ ਸਰਕਾਰਾਂ ਅਤੇ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਦਿਨ ਨੂੰ ਮਨਾਉਂਦੀਆਂ ਨੇ, ਲੇਕਿਨ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਧਾਨਗੀ ਹੇਠ ਚੱਲ ਰਿਹਾ ਅੰਦੋਲਨ ਹੈ, ਉਹ ਜਨ ਜਨ ਦਾ ਅੰਦੋਲਨ ਹੈ। ਉਹ ਅੱਜ ਕਿਸੇ ਜ਼ਿਲ੍ਹੇ ਦੇ ਪੱਧਰ ਦਾ ਨਹੀਂ, ਉਹ ਅੱਜ ਕਿਸੇ ਰਾਜ ਦੇ ਸੂਬੇ ਦੇ ਪੱਧਰ ਦਾ ਨਹੀਂ, ਉਹ ਦੇਸ਼ ਦੇ ਪੱਧਰ ਦਾ ਨਹੀਂ, ਉਹ ਅੱਜ ਕੌਮਾਂਤਰੀ ਅੰਦੋਲਨ ਹੈ। ਸੋ ਉਸ ਮੰਚ ਦੇ ਉੱਤੇ
ਇਸ ਦਿਵਸ ਨੂੰ ਮਨਾਉਣ ਲਈ ਕੀਤੀ ਹੋਈ ਬੇਨਤੀ ਬਹੁਤ ਮਹੱਤਵਪੂਰਨ ਬੇਨਤੀ ਹੈ। ਪੂਰੀ ਆਸ ਹੈ ਕਿ ਉਹ ਬੇਨਤੀ ਪ੍ਰਵਾਨ ਹੋਏਗੀ ਤੇ ਸਾਰੇ ਖੁਸ਼ੀਆਂ ਦੇ ਨਾਲ ਇਸ ਦਿਵਸ ਨੂੰ ਮਨਾਉਣ ਲਈ ਤਤਪਰ ਹੋਣਗੇ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਨੂੰ ਸੰਪੰਨ ਕਰੀਏ, ਸਰਦਾਰ ਓਂਕਾਰ ਸਿੰਘ ਜੀ ਧਾਮੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ, ਉਹਨਾਂ ਨੂੰ मैं कहांगा आखिरी अपना स्नेहा साझा करना। सिंह साहब, एक होक सी दिल में उठती है, एक दर्द सा दिल में होता है, हम रात को उठ के रोते हैं जब सारा आलम सोता है। ये हूक मनुखता ਦੇ ਮਨ 'ਚ ਪੈਦਾ ਹੋ ਜਾਏ, ਇਹ ਹੂਕ ਸਾਡੇ ਸਾਰਿਆਂ ਦੇ ਮਨ 'ਚ ਵਸ ਜਾਏ ਕਿ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ, ਮਨੁੱਖਤਾ ਨੂੰ ਆਪਣੇ ਹੱਥਾਂ ਦੇ ਨਾਲ ਸਵਾਰਨਾ, ਸਜਾਰਨਾ ਹੈ ਤੇ ਪ੍ਰੈਕਟੀਕਲੀ ਅਮਲੀ ਜੀਵਨ ਜੀਣਾ ਹੈ। ਇਸੇ ਕਰਕੇ ਹੀ ਅਸੀਂ ਇਸ ਮਿਸ਼ਨ ਨਾਲ ਜੁੜੇ ਹਾਂ। ਇਸ ਮਿਸ਼ਨ ਨੂੰ ਅੱਗੇ ਵਧਾਵਾਂਗੇ। ਜਿੰਨੇ ਸਾਡੇ ਮੈਂਬਰ ਨੇ ਸਾਰੇ ਇਸ ਮਿਸ਼ਨ ਲਈ ਕੰਮ ਕਰਨ ਲਈ ਤਿਆਰ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਉਹ ਹਫ਼ਤਾ ਚੱਲ ਰਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ। ਉਹਨਾਂ ਦਿਨਾਂ ਦੇ ਵਿੱਚ ਉਸ ਮੌਕੇ 'ਤੇ ਇਹ ਉਪਰਾਲਾ ਕਰਨਾ, ਉੱਦਮ ਕਰਨਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਇਸ ਦੇ ਨਾਲ ਹੀ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੱਚਮੁੱਚ ਸੇਵਾ ਜਿਹੜੀ ਹੈ, ਸੇਵਾ ਦੇ ਜਿਹੜੇ ਖੰਭ ਨੇ ਮਨੁੱਖ ਨੂੰ ਅਸਲੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਨੇ, ਉਹਦੀ ਉਡਾਰੀ ਭਰ ਦਿੰਦੇ ਨੇ। ਸੋ ਉਮੀਦ ਹੈ ਕਿ ਸੰਯੁਕਤ ਕਿਸਾਨ ਮੋਰਚਾ ਇਹਨਾਂ ਸਾਰੇ ਸੇਵਾਦਾਰਾਂ ਦੀ ਬੇਨਤੀ ਨੂੰ ਪ੍ਰਵਾਨ ਕਰੇਗਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਹ ਭਾਈ ਕਨ੍ਹਈਆ ਜੀ ਦਾ ਯਾਦਗਾਰੀ ਦਿਵਸ ਜਿਹੜਾ ਪੂਰੇ ਜਾਹੋ ਜਲਾਲ ਨਾਲ, ਪੂਰੇ ਰੰਗ ਦੇ ਨਾਲ, ਪੂਰੇ ਚਾਅ ਦੇ ਨਾਲ ਮਨਾਇਆ ਜਾਏਗਾ। ਸੋ ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।